ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਦੀ ਲੜੀਵਾਰ ਸੀਰੀਜ਼ ਦੇ ਵਿੱਚ ਅੱਜ ਆਪਾਂ ਜੋ ਹੈ ਦੂਜੀ ਪੌੜੀ ਦੀ ਵਿਚਾਰ ਕਰਨ ਦਾ ਛੋਟਾ ਜਿਹਾ ਉਪਰਾਲਾ ਕਰਾਂਗੇ। ਪੌੜੀ ਹੈ ਜੀ, ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਤੇ ਗੁਰੂ ਨਾਨਕ ਸਾਹਿਬ ਸਿੱਖਿਆ ਦੇ ਰਹੇ ਨੇ, ਸਮਝਾ ਰਹੇ ਨੇ ਕਿ ਵੀ ਜੀ ਉਪਾਇਆ ਪਰਮੇਸ਼ਰ ਨੇ ਔਰ ਜੀ ਨੂੰ ਚੱਲਣ ਵਾਸਤੇ ਉਹਨੂੰ ਗਾਈਡੈਂਸ ਪ੍ਰੋਵਾਈਡ ਕੀਤੀ ਹੈ, ਉਹਨੂੰ ਇੱਕ ਫਰੇਮਵਰਕ ਪ੍ਰੋਵਾਈਡ ਕੀਤਾ ਹੈ। ਕੋਈ ਵੀ ਜਿਵੇਂ ਕਿ ਅਸੀਂ ਆਪਣੇ ਮਟੀਰੀਅਲਿਸਟਿਕ ਵਰਲਡ ਵਿੱਚ ਵੀ ਦੇਖਦੇ ਹਾਂ, ਜਦੋਂ ਅਸੀਂ ਆਪਣੇ ਬੱਚੇ ਨੂੰ ਕਿਧਰੇ ਬਾਹਰ ਭੇਜਦੇ ਹਾਂ, ਤਾਂ ਅਸੀਂ ਉਹਨੂੰ ਹਰ ਸੰਭਵ ਸਪੋਰਟ ਨਾਲ ਪ੍ਰੋਵਾਈਡ ਕਰਦੇ ਹਾਂ ਕਿ ਜਿੱਥੇ ਵੀ ਉਹ ਬੱਚਾ ਜਾ ਰਿਹਾ ਹੈ, ਉਹਨੂੰ ਉੱਥੇ ਜਿੰਨਾ ਵੀ ਸਮਾਂ ਉਹਨੇ ਰਹਿਣਾ ਹੈ, ਉਹਦੇ ਕੋਲ ਸਾਰਾ ਲੋੜੀਂਦਾ ਸਮਾਨ, ਲੋੜੀਂਦੀ ਗਾਈਡੈਂਸ, ਸਾਰੀ ਚੀਜ਼ਾਂ ਉਹਦੇ ਕੋਲ ਹੋਣ। ਸੋ ਇਸ ਪੌੜੀ ਦੇ ਥਰੂ ਵੀ ਸਾਨੂੰ ਇਹੀ ਸਮਝਾਇਆ ਜਾ ਰਿਹਾ ਹੈ ਕਿ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਜਿਹੜਾ ਧਰਮ ਹੈ, ਜਿਹੜੀ ਗਾਈਡਲਾਈਨ ਹੈ, ਉਹ ਨਾਲ ਦਿੱਤੀ ਸਾਨੂੰ। ਜਿਵੇਂ ਕਿ ਜਿਹੜੀ ਜੋਤ ਹੈ, ਇੱਕ ਆਪਾਂ ਇੱਥੇ ਛੋਟਾ ਜਿਹਾ ਐਗਜ਼ਾਮਪਲ ਹੈ, ਉਹਨੂੰ ਸਮਝਦੇ ਹਾਂ ਕਿ ਜਿਵੇਂ ਕਿ ਇੱਕ ਗੂਗਲ ਮੈਪ ਦੀ ਐਗਜ਼ਾਮਪਲ ਲਈ ਹੈ ਕਿ ਜਿਵੇਂ ਕਿ ਕੋਈ ਵੀ ਇੱਕ ਮੈਪ ਹੈ, ਨੈਵੀਗੇਸ਼ਨ ਸਿਸਟਮ ਹੈ, ਉਹਦੀ ਡੈਸਟੀਨੇਸ਼ਨਸ ਤੇ ਉਹਦੀਆਂ ਡਾਇਰੈਕਸ਼ਨ ਜਿਹੜੀਆਂ ਨੇ, ਉਹ ਸਾਰੀਆਂ ਉਹਦੇ ਵਿੱਚ ਫੀਡ ਕਰ ਦਿੱਤੀਆਂ ਗਈਆਂ, ਇੱਕ ਵਾਰੀ ਪ੍ਰੋਗਰਾਮ ਡਿਵੈਲਪ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਜੀਵਨ ਹੈ, ਜੀ ਦਾ ਸਫ਼ਰ ਹੈ, ਇਹਦਾ ਵੀ ਡੈਸਟੀਨੇਸ਼ਨ ਔਰ ਇਹਦੀ ਸਾਰੀ ਡਾਇਰੈਕਸ਼ਨ ਜੋ ਹੈ, ਉਹ ਪਰਮੇਸ਼ਵਰ ਵੱਲੋਂ ਜੋਤ ਦੇ ਵਿੱਚ ਆਲਰੇਡੀ ਸਾਰੀ ਫੀਡ ਕਰ ਦਿੱਤੀ ਗਈ ਹੈ। ਪਰ ਜਦੋਂ ਸਾਡਾ ਮਨ ਹੈ ਜਿਹੜਾ, ਜਦੋਂ ਉਸ ਡਾਇਰੈਕਸ਼ਨ ਨੂੰ, ਉਹਨਾਂ ਗਾਈਡਲਾਈਨਸ ਨੂੰ ਮੰਨਣ ਤੋਂ ਮੁਨਕਰ ਹੋ ਜਾਂਦਾ ਹੈ, ਤੇ ਜੋ ਵੀ ਮਾਇਆ ਦੇ ਵਿੱਚ ਦੇਖਦਾ ਜਾਂਦਾ ਹੈ, ਉਹਨੂੰ ਹੋਰ ਤੇ ਹੋਰ ਅੱਗੋਂ ਤੇ ਅੱਗੋਂ ਐਕਸਪਲੋਰ ਕਰਨ ਦੀ ਇੱਛਾ ਵਧਾਉਂਦਾ ਜਾਂਦਾ ਹੈ, ਉਹਦੇ ਵਿੱਚ ਫਸਦਾ ਜਾਂਦਾ ਹੈ, ਤਾਂ ਇਹ ਜੋਤ ਦੀ ਜਿਹੜੀ ਗਾਈਡੈਂਸ ਨੂੰ ਫੋਲੋ ਕਰਨ ਦੇ ਵਿੱਚ ਅਸਮਰਥ ਹੋ ਜਾਂਦਾ ਹੈ। ਗੁਰਬਾਣੀ ਜੋ ਹੈ, ਉਹ ਬਾਰ-ਬਾਰ ਮੈਨੂੰ ਇਹ ਸਮਝਾਉਂਦੀ ਰਹਿੰਦੀ ਹੈ, ਦੱਸਦੀ ਰਹਿੰਦੀ ਹੈ, ਰਿਮਾਈਂਡਰ ਦਿੰਦੀ ਰਹਿੰਦੀ ਹੈ ਕਿ ਵੀ ਉਹ ਇੱਕ ਫਰੇਮਵਰਕ ਬੜਾ ਜ਼ਰੂਰੀ ਹੈ, ਉਹਨੂੰ ਫੋਲੋ ਕਰਨਾ, ਜਿਹੜਾ ਤੁਹਾਨੂੰ ਇੱਕ ਸੱਚ ਦੇ ਦੱਸੇ ਹੋਏ ਰਸਤੇ ਤੇ ਚੱਲਣ ਲਈ, ਜਿਸ ਸਫ਼ਰ ਤੇ ਚੱਲਣ ਲਈ ਤੁਸੀਂ ਆਏ ਸੀ, ਉਸ ਸਫ਼ਰ ਤੇ ਸਾਰਾ ਗਿਆਨ ਦੇਣ ਲਈ ਹਮੇਸ਼ਾ ਤੁਹਾਨੂੰ ਉਹ ਪ੍ਰੇਰਦਾ ਹੈ। ਪਰ ਅਸੀਂ ਜੋ ਹੈ, ਮਾਇਆ ਦੇ ਵਿੱਚ ਆਪਣੇ ਪਸਾਰ ਨੂੰ ਦੇਖਦਿਆਂ ਹੋਇਆਂ, ਵਧਾਉਂਦਿਆਂ ਹੋਇਆਂ, ਕਿਧਰੇ ਨਾ ਕਿਧਰੇ ਸ਼ਾਇਦ ਇਹ ਗਲਤੀ ਕਰ ਬੈਠਦੇ ਹਾਂ ਕਿ ਅਸੀਂ ਉਸ ਜਿਹੜੀ ਹੈ ਡਾਇਰੈਕਸ਼ਨ ਨੂੰ ਮੰਨਣ ਤੋਂ ਮੁਨਕਰ ਹੋ ਜਾਂਦੇ ਹਾਂ, ਤੇ ਅਸੀਂ ਆਪਣੀ ਡੈਸਟੀਨੇਸ਼ਨ ਨੂੰ ਭੁੱਲ ਬੈਠਦੇ ਹਾਂ। ਸਾਨੂੰ ਇਹ ਸਮਝਣਾ ਪਏਗਾ ਕਿ ਵੀ ਇਹ ਜੋ ਜੀ ਦੇ ਸਫ਼ਰ ਹੈ, ਜੀ ਨੂੰ ਚੱਲਣ ਲਈ ਜੋ ਵੀ ਚਾਹੀਦਾ ਹੈ, ਉਹਨੂੰ ਹਮੇਸ਼ਾ ਨਾਲ ਮਿਲਿਆ ਹੈ। ਜਿੱਦਾਂ ਹੀ ਜੀ ਦਾ ਜਿਹੜਾ ਹੈ ਉਹ ਸਫ਼ਰ ਸ਼ੁਰੂ ਹੋਇਆ ਹੈ, ਜਿੱਦਾਂ ਹੀ ਜੋਤ ਦਾ ਸਫ਼ਰ ਸ਼ੁਰੂ ਹੋਇਆ ਹੈ, ਉਹਨੂੰ ਨਾਲ ਸਾਰਾ ਜਿਹੜਾ ਹੈ ਉਹ ਗਾਈਡਲਾਈਨਸ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਕਿ ਇਸ ਤਰੀਕੇ ਨਾਲ ਤੁਸੀਂ ਆਪਣਾ ਸਫ਼ਰ ਤੈਅ ਕਰਨਾ ਹੈ ਔਰ ਆਪਣੇ ਨਿਸ਼ਚਿਤ ਟੀਚੇ ਤੱਕ ਪਹੁੰਚਣਾ ਹੈ। O Nanak, Parmeshwar established the Jyot and Hukam for it to operate within. This Hukam, या इन्हू framework कह लो या principle given to Jyot is the righteous or religion that we need to follow. Jyot is like Google Map for us. Destination and directions have been coded by Parmeshwar within the Jyot. My mind doesn't let me follow these right directions and wants to explore all those things in Maya that Jyot restricts us from doing. Following the direction of Jyot is what we are here for. It knows the principle of righteous path. हरि जेवट नाही कोई, हरि जेवट नाही कोई जान, हरि धर्म विचारदा।
ਉਹ ਕਹਿੰਦਾ ਕਿ ਇਹਦੀ ਵੈਲਿਊ ਨੂੰ ਸਮਝੋ। ਇਸ ਹਰੀ ਦੀ ਵੈਲਿਊ ਨੂੰ ਸਮਝੋ, ਇਹਦੇ ਗੁਣਾਂ ਦੀ ਵੈਲਿਊ ਨੂੰ ਸਮਝੋ। ਜਿੰਨਾ ਜ਼ਿਆਦਾ ਸਾਨੂੰ ਇਹਦੀ ਅੰਡਰਸਟੈਂਡਿੰਗ ਡਿਵੈਲਪ ਹੁੰਦੀ ਜਾਏਗੀ, ਓਦਾਂ-ਓਦਾਂ ਸਾਨੂੰ ਆਪਣੇ ਆਪ ਪਤਾ ਚੱਲਦਾ ਜਾਏਗਾ ਕਿ ਵੀ ਇਹੀ ਹਰੀ ਸੀ, ਉਹੀ ਮੇਰੀ ਜੋਤ ਸੀ, ਜੋ ਮੈਨੂੰ ਧਰਮ ਦੇ ਬਾਰੇ ਮੈਨੂੰ ਗਿਆਨ ਦੇ ਰਹੀ ਸੀ, ਮੈਨੂੰ ਸੱਚ ਤੇ ਚੱਲਣ ਲਈ ਗਾਈਡੈਂਸ ਪ੍ਰੋਵਾਈਡ ਕਰ ਰਹੀ ਸੀ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਸੋ ਜਿਹੜਾ ਸਾਡਾ ਅੰਦਰ ਸਰੀਰ ਹੈ, ਜਿੱਥੇ ਜੋਤ ਦਾ ਨਿਵਾਸ ਹੈ, ਉਹਨੂੰ ਸਮਝਣਾ ਔਰ ਉਹਦੇ ਨਾਲ ਜੁੜਨਾ। ਐਂਡ ਆਫ ਦ ਡੇ ਇਟਸ ਆਲ ਅਬਾਊਟ ਸੈਲਫ ਰਿਅਲਾਈਜ਼ੇਸ਼ਨ। ਜਿੰਨਾ ਜ਼ਿਆਦਾ ਅਸੀਂ ਆਪਣੇ ਬਾਹਰਮੁਖੀ ਮਨ ਨੂੰ ਆਪਣੇ ਆਪਨੜੇ ਗਿਰੇਵਾਨ ਮੈਂ ਸਿਰ ਨੀਵਾਂ ਕਰ ਦੇਖ ਦੇ ਪੰਕਤੀ ਦੇ ਹੁਕਮ ਨੂੰ ਸਮਝਦਿਆਂ ਹੋਇਆਂ ਜਿੰਨਾ ਜ਼ਿਆਦਾ ਅਸੀਂ ਆਪਣੇ ਸੈਲਫ ਦੇ ਕੋਲ ਰਵਾਂਗੇ, ਓਨਾ ਜ਼ਿਆਦਾ ਸਾਨੂੰ ਇਸ ਗਿਆਨ ਦੀ ਸਮਝ ਆਏਗੀ ਔਰ ਓਨਾ ਜ਼ਿਆਦਾ ਅਸੀਂ ਇਸ ਗਿਆਨ ਤੇ ਅਮਲ ਕਰ ਪਾਵਾਂਗੇ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ। ਹੁਣ ਕਹਿੰਦੇ ਵੀ ਕੀ ਹੋ ਰਿਹਾ ਕਿ ਵੀ ਜਿਹੜਾ ਜੀ ਸੀਗਾ ਉਹ ਸੱਚ ਤੇ ਚੱਲਣ ਆਇਆ ਸੀ, ਸੱਚ ਨੂੰ ਕਮਾਣ ਆਇਆ ਸੀ, ਉਹਦਾ ਡੈਸਟੀਨੇਸ਼ਨ ਵੀ ਸੱਚ ਸੀ। ਸੋ ਉਹ ਕਹਿ ਰਹੇ ਕਿ ਵੀ ਹੁਣ ਇਸ ਰਸਤੇ ਤੇ ਚੱਲਦਿਆਂ ਹੋਇਆਂ ਸਿਰਫ ਉਹੀ ਜਿਹੜਾ ਹੈ, ਉਹ ਸੱਚ ਦੇ ਵਿੱਚ ਸਮਾ ਸਕਦਾ ਹੈ, ਜਿਹਨੇ ਉਸ ਗਾਈਡੈਂਸ ਨੂੰ ਫੋਲੋ ਕੀਤਾ ਹੈ, ਜਿਹਨੇ ਉਸ ਗਾਈਡੈਂਸ ਨੂੰ ਸਮਝਿਆ ਹੈ। ਜਿਵੇਂ ਕਿ ਆਪਾਂ ਇੱਥੇ ਇੱਕ ਐਗਜ਼ਾਮਪਲ ਦੇਖ ਪਾ ਰਹੇ ਹਾਂ ਕਿ ਵੀ ਇੱਕ ਸੱਚਖੰਡ ਇੱਕ ਸਿਰਫ ਪਾਰਲੀਮੈਂਟ ਹੈ, ਜਿੱਥੇ ਸਿਰਫ ਸੱਚ ਦਾ ਪਸਾਰ ਹੈ। ਹੁਣ ਜਿਨ੍ਹਾਂ ਨੇ ਵੀ ਇਸ ਸਫ਼ਰ ਨੂੰ ਆਪਣੇ ਆਪ ਨੂੰ ਜਾਗਰੂਕ ਅਵਸਥਾ ਵਿੱਚ ਲਿਆ ਕੇ, ਜਾਗ ਕੇ ਉਸ ਸਫ਼ਰ ਦੀ ਜਾਣਕਾਰੀ ਲਈ, ਉਹਨਾਂ ਨੇ ਬਾਕੀ ਸਾਰਾ ਕੁਝ ਛੱਡ ਦਿੱਤਾ, ਸਿਰਫ ਸੱਚ ਵੱਲ ਹੀ ਧਿਆਨ ਲਗਾਇਆ, ਆਪਣੇ ਡੈਸਟੀਨੇਸ਼ਨ ਨੂੰ ਯਾਦ ਰੱਖਿਆ, ਜਿਸ ਡੈਸਟੀਨੇਸ਼ਨ ਤੱਕ ਪਹੁੰਚਣਾ ਸੀ ਔਰ ਉਸ ਡੈਸਟੀਨੇਸ਼ਨ ਤੱਕ ਪਹੁੰਚਣ ਲਈ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਸੀ, ਉਹ ਡਾਇਰੈਕਸ਼ਨ ਲਈ ਟਸ ਤੋਂ ਮਸ ਨਹੀਂ ਹੋਏ। ਉਸੇ ਰਸਤੇ ਤੇ ਹੂਬਹੂ ਐਜ਼ ਇਜ਼ ਚੱਲਦੇ ਰਹੇ, ਤਾਂ ਗੁਰਬਾਣੀ ਕਹਿ ਰਹੀ ਹੈ, ਉਹ ਸੱਚਾ ਹੀ ਸੱਚ ਨਿਬੜਾ ਹੈ। ਉਹਨਾਂ ਨੇ ਆਪਣਾ ਟਾਸਕ ਅਕੰਪਲਿਸ਼ ਕਰ ਲਿਆ। ਅਸੀਂ ਕਹਿੰਦੇ ਹਾਂ ਸਾਡਾ ਮੇਰਾ ਕੰਮ ਨਿਬੜ ਗਿਆ। ਸੱਚ ਦਾ ਕੰਮ ਸੀ, ਉਹ ਸੱਚ ਨਾਲ ਹੀ ਨਿਬੜਿਆ, ਸੱਚ ਦੀ ਸ਼ਰਨ ਵਿੱਚ ਆ ਕੇ ਹੀ ਨਿਬੜਿਆ। ਪਰ ਜੇ ਮੇਰੇ ਵਰਗੇ ਨੇ ਉਹ ਕੰਮ ਨਹੀਂ ਕੀਤਾ ਤਾਂ ਗੁਰਬਾਣੀ ਕਹਿ ਰਹੀ ਹੈ, ਚੁਣ ਵੱਖ ਕੱਢੇ ਜਜ ਮਾਲਿਆ। ਸੋ ਜਿਹੜਾ ਮੇਰਾ ਜੀਵਨ ਸੀ ਉਹ ਝੂਠ ਤੇ ਆਧਾਰਿਤ ਸੀਗਾ, ਉਹ ਮਾਇਆ ਦੇ ਵਿੱਚ ਫਸਿਆ ਹੋਇਆ ਸੀ, ਮਾਇਆ ਦੀ ਹਰੇਕ ਵਸਤੂ ਦੇ ਵਿੱਚ ਧਿਆਨ ਲਗਾ ਕੇ ਉਹਨੂੰ ਸੱਚ ਮੰਨ ਰਿਹਾ ਸੀ। ਤਾਂ ਗੁਰਬਾਣੀ ਕਹਿ ਰਹੀ ਹੈ, ਉਹਨੂੰ ਜਜਮਾਲਾ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਹੈ, ਕਿਉਂਕਿ ਤੁਸੀਂ ਆਪਣੇ ਡੈਸਟੀਨੇਸ਼ਨ ਨੂੰ ਤਾਂ ਉੱਥੇ ਤੱਕ ਪਹੁੰਚਣ ਦਾ ਜਿਹੜਾ ਰਸਤਾ ਸੀ ਉਹ ਡਾਇਵਰਟ ਕਰ ਲਿਆ। ਇਸ ਕਰਕੇ ਹਮੇਸ਼ਾ ਸਾਨੂੰ ਜੋਤ ਦੀ ਗਾਈਡੈਂਸ ਵਿੱਚ ਰਹਿਣਾ ਹੈ ਔਰ ਜਿੱਥੇ-ਜਿੱਥੇ ਜੋਤ ਸਾਨੂੰ ਪ੍ਰੇਰ ਰਹੀ ਹੈ, ਉਸ ਰਸਤੇ ਤੇ ਚੱਲਦਿਆਂ ਆਪਣੇ ਟੀਚੇ ਤੱਕ ਪਹੁੰਚੀਏ ਤਾਂ ਕਿ ਸਾਡਾ ਜੀਵਨ ਵਿੱਚ ਆਉਣ ਦਾ ਜਿਹੜਾ ਮਨੋਰਥ ਹੈ, ਉਹ ਪੂਰਾ ਹੋ ਸਕੇ। Only the truthful merge with truth and accomplish the task or the reason we got this human body. The ones who even have an iota of falsehood stay separated from the truth. Sachkhand is like the parliament of truth. The ones who abandon everything except truth gets the gate pass of this parliament. Anyone who doesn't comply with the truth is denied the entry to Sachkhand. Following the guidance of Jyot is the way to reach this destination and win this game of life. Eka Murat Sacha Nao Tithੈ ਨਿਬੜੈ ਸੱਚ ਨਿਆਓ। ਤਾਂ ਸਾਨੂੰ ਇਹ ਸਮਝਣਾ ਹੀ ਪਏਗਾ ਕਿ ਉੱਥੇ ਸਿਰਫ ਸੱਚ ਨੂੰ, ਸੱਚ ਦੇ ਡੈਸਟੀਨੇਸ਼ਨ ਨੂੰ ਅਚੀਵ ਕਰਨ ਲਈ ਸੱਚ ਦੀ ਗਾਈਡੈਂਸ ਵਿੱਚ ਚੱਲਣਾ ਹੀ ਸਾਡੇ ਵਾਸਤੇ, ਹੋਰ ਕੋਈ ਵੀ ਇਸ ਤੋਂ ਇਲਾਵਾ ਕੋਈ ਏ ਜਾਂ ਬੀ ਜਾਂ ਸੀ ਪਲਾਨ ਨਹੀਂ ਕੰਮ ਕਰੇਗਾ। ਇਹੀ ਪਲਾਨ ਹੈ ਔਰ ਇਹਨੂੰ ਹੀ ਐਜ਼ ਇਜ਼ ਫੋਲੋ ਕਰਨਾ ਪਏਗਾ। ਮਨਮੁਖ ਅੱਗੇ ਲੇਖਾ ਮੰਗੀਐ,
ਬਹੁਤੀ ਹੋਵੈ ਮਾਰ, ਗੁਰਮੁਖ ਪਤ ਸਿਉ ਲੇਖਾ ਨਿਬੜੈ, ਬਖਸ਼ੇ ਸਿਫਤੀ ਭੰਡਾਰ। ਇਹ ਚੋਇਸ ਸਾਡੇ ਕੋਲ ਹੈ ਕਿ ਅਸੀਂ ਮਨਮੁਖ ਵਾਲਾ ਸਫ਼ਰ ਜੀਣਾ ਹੈ ਕਿ ਗੁਰਮੁਖ ਵਾਲਾ ਜੀਵਨ ਜੀਣਾ ਹੈ, ਜਿਹਦੇ ਨਾਲ ਸਾਡਾ ਨਿਬੇੜਾ ਹੋਣਾ ਹੈ, ਸਾਡੇ ਡੈਸਟੀਨੇਸ਼ਨ ਤੱਕ ਪਹੁੰਚਣ ਲਈ ਸਾਨੂੰ ਸਹਾਇਤਾ ਮਿਲਣੀ ਹੈ। ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ। ਗੁਰਬਾਣੀ ਫੇਰ ਹੁਣ ਸਮਝਾ ਰਹੀ ਹੈ ਕਿ ਅਸੀਂ ਜਦੋਂ ਇਸ ਸੰਸਾਰ ਵਿੱਚ ਆਏ ਸੀਗੇ ਤਾਂ ਅਸੀਂ ਸਚਿਆਰ ਹੋਣ ਆਏ ਸੀਗੇ, ਸਚਿਆਰ ਹੋ ਕੇ ਸੱਚ ਵਿੱਚ ਸਮਾਣ ਆਏ ਸੀਗੇ। ਸੋ ਗੁਰਬਾਣੀ ਕਹਿ ਰਹੀ ਹੈ ਵੀ ਉਸ ਸਟੇਟ ਤੇ ਪਹੁੰਚਣ ਲਈ, ਉਸ ਡੈਸਟੀਨੇਸ਼ਨ ਨੂੰ ਅਚੀਵ ਕਰਨ ਲਈ, ਉਸ ਥਾਂ ਨੂੰ ਪਾਣ ਲਈ ਸਾਨੂੰ ਸਚਿਆਰ ਹੀ ਹੋਣਾ ਪਏਗਾ। ਜੇ ਅਸੀਂ ਕੂੜਿਆਰ ਵਾਲਾ ਜੀਵਨ ਜੀਂਦੇ ਜਾਂਦੇ ਆ, ਅਸੀਂ ਕੂੜ ਦੇ ਵਿੱਚ ਡੁੱਬਦੇ ਜਾਂਦੇ ਆ, ਆਪਣੀ ਮਟੀਰੀਅਲਿਸਟਿਕ ਪੋਜੈਸ਼ਨਸ ਜਾਂ ਮਟੀਰੀਅਲਿਸਟਿਕ ਜਿੰਨਾ ਵੀ ਮੇਰਾ ਪਸਾਰ ਹੈ, ਇਹਨੂੰ ਦੇਖੋ ਹਰੇਕ ਇਨਸਾਨ ਦੇ ਜੀਵਨ ਦੇ ਵਿੱਚ ਮਟੀਰੀਅਲ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੈ, ਔਰ ਮਟੀਰੀਅਲ ਇੱਕ ਸਪੋਰਟ ਹੈ ਜਿਹੜੀ ਸਾਨੂੰ ਚਾਹੀਦੀ ਹੈ, ਬਟ ਕੀ ਮੈਂ ਉਸ ਨੂੰ ਐਜ਼ ਅ ਸਪੋਰਟ ਮੰਨ ਰਿਹਾ ਜਾਂ ਮੈਂ ਉਸ ਮਟੀਰੀਅਲ ਨੂੰ ਸੱਚ ਮੰਨ ਰਿਹਾ। ਇਹ ਗੱਲ ਜੋ ਹੈ ਮੈਨੂੰ ਸਮਝਣੀ ਪਏਗੀ। ਜੇ ਮੈਂ ਇਸ ਮਟੀਰੀਅਲ ਨੂੰ ਸੱਚ ਮੰਨ ਰਿਹਾ ਤਾਂ ਗੁਰਬਾਣੀ ਕਹਿ ਰਹੀ ਹੈ ਮੇਰਾ ਜੀਵਨ ਕੂੜਿਆਰ ਵਾਲਾ ਜੀਵਨ ਹੈ, ਤਾਂ ਮੈਨੂੰ ਜਿਹੜੀ ਇਹ ਮਾਇਆ ਦੀ ਪਸਾਰ ਦੀ ਜਿਹੜੀ ਨੌਲੇਜ ਸੀਗੀ, ਇਹ ਜਿਹੜਾ ਹੈ ਕਾਲਾ ਰੰਗ, ਹੁਣ ਉਹਨੂੰ ਕਾਲੇ ਨਾਲ ਰੈਫਰ ਕੀਤਾ ਨੈਗੇਟਿਵਿਟੀ, ਇੱਕ ਨੈਗੇਟਿਵ ਫਾਰਮ ਹੈ। ਚਿੱਟਾ ਜਿਹੜਾ ਰੰਗ ਹੈ ਉਹ ਪੋਜ਼ਿਟਿਵਿਟੀ ਦਾ ਪ੍ਰਤੀਕ ਹੈ ਤੇ ਕਾਲਾ ਰੰਗ ਹੈ ਉਹ ਨੈਗੇਟਿਵਿਟੀ ਦਾ ਪ੍ਰਤੀਕ ਹੈ। ਤਾਂ ਗੁਰਬਾਣੀ ਫਿਰ ਦੱਸ ਰਹੀ ਹੈ ਕਿ ਨੈਗੇਟਿਵ ਥਾਟ ਪ੍ਰੋਸੈਸ ਦੇ ਵਿੱਚ ਜੀਵਨ ਜੀਂਦਿਆਂ ਹੋਇਆਂ ਮੇਰਾ ਸਫ਼ਰ ਹੈ ਉਹ ਦੋਜਕ ਵਿੱਚ ਜਾ ਰਿਹਾ ਹੈ। ਦੋਜਕ ਵਿੱਚ ਜਾਣ ਦਾ ਮਤਲਬ ਹੈ ਕਿ ਮੈਂ ਇਸ ਜਨਮ ਮਰਨ ਦੇ ਗੇੜ ਵਿੱਚੋਂ ਬਾਹਰ ਨਹੀਂ ਨਿਕਲ ਪਾਵਾਂਗਾ। ਮੈਨੂੰ ਸੱਚਿਆਰ ਬਣ ਕੇ ਸੱਚ ਨਾਲ ਜੁੜਨ ਦੀ ਜਿਹੜੀ ਮੇਰੀ ਇੱਥੋਂ ਦੀ ਸਫ਼ਰ ਦੀ ਜਿਹੜੀ ਮੇਰੀ ਟਾਰਗੇਟ ਸੀਗੇ ਉਹ ਨਹੀਂ ਅਚੀਵ ਹੋ ਪਾਣਗੇ। Falsehood doesn't get a place in the land of truth. Doesn't matter how much materialistic knowledge I may have, except wisdom of other knowledge is burnt or useless. In Sachkhand and the journey of Jyot into next physical body continues, ਜੋ ਕਿ ਆਪਾਂ ਹੁਣੇ ਗੱਲ ਕੀਤੀ ਕਿ ਬਾਕੀ ਕੋਈ ਵੀ ਨੌਲੇਜ ਮੈਨੂੰ ਸੱਚਖੰਡ ਵਿੱਚ ਥਾਂ ਪ੍ਰਾਪਤ ਕਰਨ ਲਈ ਨਹੀਂ ਸਹਾਇਤਾ ਦੇ ਸਕਦੀ। ਮਾਇਆ ਦਾ ਜਿਹੜਾ ਗਿਆਨ ਹੈ ਉਹ ਮੈਨੂੰ ਇਹ ਫਿਜ਼ੀਕਲ ਵਰਲਡ ਦੇ ਵਿੱਚ ਆਪਣੀ ਜਰਨੀ ਨੂੰ ਘੁਮਾਉਂਦਾ ਰਹਿੰਦਾ ਹੈ ਤੇ ਇਹ ਸਫ਼ਰ ਚੱਲਦਾ ਰਹਿੰਦਾ, ਜਿਹਨੂੰ ਗੁਰਬਾਣੀ ਨੇ ਦੋਜਕ ਕਹਿ ਕੇ ਜਿਹੜਾ ਉਹ ਸਮਝਾਇਆ। I keep collecting all the knowledge except wisdom while I am here in this human life. ਇਹ ਸਾਡੇ ਸਾਰਿਆਂ ਨਾਲ ਹੁੰਦਾ ਹੈ ਕਿ ਅਸੀਂ ਸੁਭਾਵਕ ਹੀ ਜਦੋਂ ਆਪਣਾ ਸੰਸਾਰਕ ਸਫ਼ਰ ਸ਼ੁਰੂ ਕਰਦੇ ਹਾਂ ਤੇ ਅਸੀਂ ਮਾਇਆ ਦਾ ਹਰੇਕ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ ਵੱਲ ਕੰਮ ਚੱਲਦਾ ਰਹਿੰਦਾ ਹੈ, ਪਰ ਸੱਚ ਦਾ ਗਿਆਨ ਅਸੀਂ ਪ੍ਰਾਪਤ ਕਰਨ ਲਈ ਬਹੁਤ ਘੱਟ ਉਦਮ ਕਰਦੇ ਹਾਂ। I don't realize that except spiritual wisdom or the knowledge of my real life or real self, nothing goes along with me. ਗੁਰਬਾਣੀ ਮੈਨੂੰ ਬਾਰ-ਬਾਰ ਹੀ ਸਮਝਾ ਰਹੀ ਹੈ ਇਹ ਵਾਲੀ ਗੱਲ ਨੂੰ ਕਿ ਵੀ ਇੱਕੋ ਹੀ ਚੀਜ਼ ਨਾਲ ਜਾ ਸਕਦੀ ਹੈ, ਉਹ ਹੈ ਸੱਚ ਦਾ ਗਿਆਨ। ਹੋਰ ਕੋਈ ਵੀ ਚੀਜ਼ ਨਾਲ ਨਹੀਂ ਜਾਣੀ, ਬਾਕੀ ਸਭ ਇੱਥੇ ਰਹਿ ਜਾਣਾ। All that I can touch and feel is false, and so is the knowledge of these things. ਜਿੰਨੀਆਂ ਵੀ ਚੀਜ਼ਾਂ ਆਪਾਂ ਦੇਖ ਰਹੇ ਹਾਂ, ਅਸੀਂ ਸਮਝ ਰਹੇ ਹਾਂ, ਜੋ ਵੀ ਅਸੀਂ ਹੱਥ ਲਾ ਕੇ ਸਪਰਸ਼ ਕਰਕੇ ਦੇਖ ਸਕਦੇ ਹਾਂ, ਉਹਨੂੰ ਸਮਝ ਸਕਦੇ ਹਾਂ ਜਾਂ ਫੀਲ ਕਰ ਸਕਦੇ ਹਾਂ। ਇਹਨਾਂ ਸਾਰੀਆਂ ਵਸਤੂਆਂ ਦਾ ਜਿਹੜਾ ਮੈਂ ਗਿਆਨ ਵੀ ਪ੍ਰਾਪਤ ਕਰ ਰਿਹਾ, ਮੈਂ ਡਾਕਟਰ ਬਣ ਰਿਹਾ, ਇੰਜੀਨੀਅਰ ਬਣ ਰਿਹਾ, IT ਪ੍ਰੋਫੈਸ਼ਨਲ ਬਣ ਰਿਹਾ, ਇਹ ਸਾਰਾ ਗਿਆਨ ਇੱਥੇ ਰਹਿ ਜਾਣਾ ਹੈ। ਜਿੱਦਾਂ ਹੀ ਸਰੀਰ ਮੁੱਕਦਾ ਇਹ ਗਿਆਨ ਖਤਮ ਹੋ ਜਾਂਦਾ ਹੈ। The knowledge of material can't take me to the land of truth. It's useless or burnt
As gold goes through fire to burn impurities, lack of truthful knowledge takes Jyot into the next journey with the next physical body. ਜਿੰਨਾ ਜ਼ਿਆਦਾ ਗਿਆਨ ਮੈਂ ਆਪਣੇ ਆਪ ਦੇ ਪ੍ਰਤੀ, ਆਪਣੀ ਜੋਤ ਦੇ ਪ੍ਰਤੀ ਪ੍ਰਾਪਤ ਕਰਦਾ ਜਾਨਾ, ਜਿੰਨਾ ਜ਼ਿਆਦਾ ਮੈਂ ਉਹਦੇ ਨਾਲ ਜੁੜਦਾ ਜਾਨਾ, ਭਾਵੇਂ ਮੈਂ ਆਪਣੇ ਡੈਸਟੀਨੇਸ਼ਨ ਤੱਕ ਇਸ ਸੰਸਾਰਕ ਸਰੀਰਕ ਸਫ਼ਰ ਦੇ ਵਿੱਚ ਨਹੀਂ ਵੀ ਪਹੁੰਚ ਪਾਇਆ, ਪਰ ਉਹ ਗਿਆਨ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ ਔਰ ਉਹ ਮੈਨੂੰ ਅਗਲੇ ਸਫ਼ਰ ਦੇ ਵਿੱਚ ਜਿੱਦਾਂ-ਜਿੱਦਾਂ ਮੈਂ ਤੁਰਦਾ, ਉਹ ਮੈਨੂੰ ਜਿਵੇਂ ਕਿ ਇੱਥੇ ਸੰਸਾਰਕ ਜੀਵਨ ਦੇ ਵਿੱਚ ਕਲਾਸਾਂ ਦੇ ਵਿੱਚ ਅਸੀਂ ਆਪਣੇ ਅੱਗੇ-ਅੱਗੇ ਇੱਕ-ਇੱਕ ਕਲਾਸ ਅੱਗੇ ਵੱਧਦੇ ਜਾਂਦੇ ਹਾਂ, ਜਿੰਨਾ ਚਿਰ ਤੱਕ ਸਰਟੀਫਿਕੇਟ ਨਹੀਂ ਮਿਲ ਜਾਂਦਾ, ਉਨਾ ਚਿਰ ਤੱਕ। ਇਸ ਤਰ੍ਹਾਂ ਹੀ ਇਹ ਵੀ ਸਫ਼ਰ ਜੋ ਹੈ, ਨੌਲੇਜ ਜਿਹੜੀ ਹੈ, ਜੋਤ ਦਾ ਗਿਆਨ ਹੈ, ਉਹ ਮੇਰੇ ਨਾਲ ਚੱਲਦਾ ਹੈ ਔਰ ਮੈਨੂੰ ਆਪਣੇ ਡੈਸਟੀਨੇਸ਼ਨ ਤੱਕ ਪਹੁੰਚਣ ਲਈ ਸਹਾਇਤਾ ਕਰਦਾ ਹੈ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਗੁਰਬਾਣੀ ਮੈਨੂੰ ਇਹ ਸਮਝਾ ਰਹੀ ਹੈ ਕਿ ਵੀ ਜਿਹੜਾ ਮੇਰਾ ਹਰੇਕ ਕਦਮ, ਹਰੇਕ ਐਕਸ਼ਨ ਕੀ ਸੀ, ਉਹ ਦੁਨੀਆ ਦੀਆਂ ਵਡਿਆਈਆਂ ਖੱਟਣ ਵੱਲ ਸੀ। ਉਹ ਫਾਲਸਹੁੱਡ ਵਿੱਚ ਡੁੱਬਣ ਵਾਸਤੇ ਸੀਗਾ, ਝੂਠੀ ਵਡਿਆਈ ਕਮਾਉਣ ਵਾਸਤੇ ਸੀਗਾ। ਹਰੇਕ ਐਕਸ਼ਨ ਇਹੀ ਕਰਦਾ ਰਿਹਾ ਕਿ ਦੁਨੀਆ ਕੀ ਕਹੇਗੀ, ਦੁਨੀਆ ਮੈਨੂੰ ਚੰਗਾ ਸਮਝੇ। ਇਸ ਸਫ਼ਰ ਨੂੰ ਕੀ ਕਿਹਾ ਉਹਨਾਂ ਨੇ? ਕੂੜਿਆਰ ਕੁੜਿਆਰੀ ਜਾਏ ਰੱਲੇ। ਜਿਹੜਾ ਦੁਨੀਆ ਦੀਆਂ ਵਡਿਆਈਆਂ ਵਾਲਾ ਸਫ਼ਰ ਸੀ, ਇਹ ਕੁੜਿਆਰ ਵਾਲਾ ਸਫ਼ਰ ਸੀ ਔਰ ਜਿਹੜੇ ਵੀ ਇਕੱਠੇ ਇਸ ਸਫ਼ਰ ਤੇ ਚੱਲਦੇ ਸੀ, ਗੁਰਬਾਣੀ ਨੇ ਸਾਨੂੰ ਇਹ ਬਹੁਤ ਤਾੜਨਾ ਦਿੱਤੀ ਹੈ ਕਿ ਉਹ ਜਿਹੜੇ ਦੋ ਇਕੱਠੇ ਸੀ, ਉਹ ਦੋਨੋਂ ਕੁੜਿਆਰ ਕੁੜਿਆਰੀ ਇਕੱਠੇ ਰਲ ਗਏ। ਪਰ ਜਿਹਨੂੰ ਵੀ ਰੰਚਕ ਵੀ ਪਰਮਾਤਰ ਵੀ ਸੱਚ ਦੇ ਵੱਲ ਜਾਗਰੂਕਤਾ ਆ ਗਈ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹਨੂੰ ਵੀ ਗੱਲ ਸਮਝ ਆ ਗਈ ਕਿ ਇਹ ਟੈਂਪਰੇਰੀ ਸਫ਼ਰ ਹੈ, ਇਹ ਮੈਨੂੰ ਸਪੋਰਟਿੰਗ ਐਲੀਮੈਂਟਸ ਹੈ, ਇਹਨਾਂ ਤੋਂ ਮੈਂ ਜ਼ਰੂਰ ਸਹਾਇਤਾ ਲੈਣੀ ਹੈ, ਇਹਨਾਂ ਨੂੰ ਵਰਤਣਾ ਹੈ, ਪਰ ਇਹਨਾਂ ਵਿੱਚ ਨਹੀਂ ਖਚਤ ਹੋਣਾ। ਸਭ ਕੈ ਮਦ ਸਗਲ ਤੇ ਉਦਾਸ ਰਹਿਣਾ ਹੈ। ਵਿੱਚੇ ਬਤੀਤ ਕਰਦੇ ਹੋਏ ਜੀਵਨ ਮੈਂ ਆਪਣਾ ਜਿਹੜਾ ਧਿਆਨ ਹੈ, ਉਹ ਸਤਿਗੁਰ ਪਾਸ ਰੱਖਣਾ ਹੈ, ਸਤਿਗੁਰ ਦੀ ਗਾਈਡੈਂਸ ਪਾਸ ਰੱਖਣਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਦੇਖੋ ਕਿੰਨਾ ਕਮਾਲ ਦਾ ਗਿਆਨ ਹੈ ਸਾਡੇ ਕੋਲ। ਉਹੀ ਕਹਿ ਰਹੇ ਹਾਂ ਬਾਰ-ਬਾਰ, ਨਾਮ ਨੂੰ ਧਿਆਣਾ, ਨਾਮ ਵੱਲ ਆਪਣਾ ਧਿਆਨ ਲਗਾ ਕੇ ਰੱਖਣਾ। ਉਹ ਕਹਿੰਦੇ ਉਹਨਾਂ ਦੀ ਮਿਹਨਤ ਜਿਹੜੀ ਹੈ, ਉਹਨਾਂ ਦੀ ਘਾਲਣਾ ਜਿਹੜੀ ਹੈ, ਉਹ ਸਫਲ ਹੈ। ਉਹਨਾਂ ਦਾ ਜਿਹੜਾ ਗਿਆਨ ਹੈ, ਉਹ ਗਿਆਨ ਉਜਲਾ ਹੋ ਜਾਂਦਾ ਹੈ, ਉਹ ਚਿੱਟਾ ਹੋ ਜਾਂਦਾ ਹੈ ਤੇ ਉਹ ਆਪਣਾ ਸਫ਼ਰ ਤੈਅ ਕਰਦਿਆਂ ਹੋਇਆਂ, ਆਪਣੇ ਡੈਸਟੀਨੇਸ਼ਨ ਵੱਲ ਵਧਦਿਆਂ ਹੋਇਆਂ, ਉਹ ਉਸ ਸਫ਼ਰ ਨੂੰ ਅਚੀਵ ਕਰਨ ਵਿੱਚ ਸਕਸੈਸਫੁਲ ਹੋ ਜਾਂਦੇ ਨੇ। ਗੁਰਬਾਣੀ ਕਹਿ ਰਹੀ ਹੈ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਹੁਣ ਕਿੰਨੀ ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਨੇ ਵੀ ਉਸ ਨਾਮ ਦੇ ਵਿੱਚ ਆਪਣੇ ਆਪ ਨੂੰ ਰੱਤ ਲਿਆ, ਜਿਨ੍ਹਾਂ ਨੇ ਵੀ ਉਹ ਗੁਣਾਂ ਦੀ ਵੈਲਿਊ ਨੂੰ ਸਮਝ ਲਿਆ, ਜਿਵੇਂ ਕਿ ਜਿਹੜਾ ਡਾਕਟਰ ਹੈ, ਉਹਨੂੰ ਪਤਾ ਹੈ ਕਿ ਵੀ ਜਿੰਨਾ ਚਿਰ ਤੱਕ ਮੈਂ ਮੈਡੀਕਲ ਜਿਹੜੀ ਮੈਂ ਪੜ੍ਹਾਈ ਪੜ੍ਹੀ ਹੈ, ਉਹਨੂੰ ਅਪਗ੍ਰੇਡ ਨਹੀਂ ਕਰਦਾ ਜਾਵਾਂਗਾ, ਮੈਂ ਆਪਣੇ ਪ੍ਰੋਫੈਸ਼ਨ ਵਿੱਚ ਸਕਸੈਸਫੁਲ ਨਹੀਂ ਹੋ ਸਕਦਾ। ਉਹ ਉਸ ਤਰ੍ਹਾਂ ਕਰਨ ਲਈ ਉਹਦੇ ਵਿੱਚ ਰੱਤਿਆ ਰਹਿੰਦਾ ਹੈ, ਹਮੇਸ਼ਾ ਉਸ ਗਿਆਨ ਦੇ ਵਿੱਚ ਵਾਧਾ ਕਰਦਾ ਰਹਿੰਦਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਆਪਣੇ ਪੇਸ਼ੇ ਦੇ ਵਿੱਚ ਉਹ ਕੰਮ ਕਰ ਸਕੇ। ਇਸੇ ਤਰ੍ਹਾਂ ਗੁਰਬਾਣੀ ਸਾਨੂੰ ਇਹ ਕਹਿ ਰਹੀ ਹੈ ਕਿ ਜੇ ਇਸ ਖੇਡ ਨੂੰ ਜਿੱਤਣਾ ਹੈ, ਜਿਨ੍ਹਾਂ ਨੇ ਵੀ ਆਪਣੇ ਆਪ ਨੂੰ ਇਸ ਸੱਚੇ ਮਾਰਗ ਦੇ ਦੱਸੇ ਹੋਏ ਗੁਣਾਂ ਦੇ ਵਿੱਚ ਰੱਤ ਲਿਆ ਹੈ, ਇਹਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਉਹਨਾਂ ਨੇ ਆਪਣੇ ਮਨ ਤੇ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਨੇ ਆਪਣੇ ਮਨ ਨੂੰ ਜੋਤ ਦੀ ਸ਼ਰਨ ਵਿੱਚ ਬਿਠਾਇਆ ਹੈ ਤੇ ਜਿਹੜੇ ਬਾਕੀ ਸਾਰੇ ਨੇ ਉਹ ਹਾਰ ਗਏ ਇਸ ਖੇਡ ਨੂੰ ਤੇ ਉਹ ਕੋਸ਼ਿਸ਼ ਜ਼ਰੂਰ ਕਰਦੇ ਗਏ ਤੇ ਉਹ ਠੱਗੇ ਵੀ ਗਏ। ਕਿਸ ਤਰ੍ਹਾਂ ਠੱਗੇ ਗਏ ਉਹਨੂੰ ਆਪਾਂ ਹੁਣ ਇੱਥੇ ਨਾਲ ਇੰਗਲਿਸ਼ ਪੜ੍ਹਦੇ ਹਾਂ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। The only way to win this game of life is by dealing in the currency of truth, adopting the lifestyle that unconditionally accepts ਹੁਕਮ। ਦੇਖੋ ਇਹ ਆਪਾਂ ਹੁਣੇ ਗੱਲ ਕੀਤੀ ਕਿ ਵੀ ਇਹ ਅਨਕੰਡੀਸ਼ਨਲ ਐਕਸੈਪਟੈਂਸ ਹੈ। ਇਹਦੇ ਵਿੱਚ ਏਦਾਂ ਨਹੀਂ ਹੈ ਕਿ ਵੀ ਜੇ ਅਸੀਂ ਮਟੀਰੀਅਲ ਦੇ ਵਿੱਚ ਕਰਦੇ ਹਾਂ ਕਿ ਤੁਸੀਂ ਮੈਨੂੰ ਕੁਝ ਦਿਓਗੇ ਤੇ ਮੈਂ ਤੁਹਾਨੂੰ ਕੁਝ ਦਿਆਂਗਾ। ਇਹਦੇ ਵਿੱਚ ਮੈਂ ਕੋਈ ਕੰਡੀਸ਼ਨਾਂ ਨਹੀਂ ਲਾ ਰਿਹਾ ਕੰਮ ਕਰਨ ਵਾਸਤੇ, ਅਨਕੰਡੀਸ਼ਨਲ ਹੈ। ਇਹ
ਪ੍ਰੇਮ ਹੈ, ਇਹ ਪਿਆਰ ਹੈ, ਮੈਂ ਇਹਦੇ ਵਿੱਚ ਆਪਣੇ ਆਪ ਨੂੰ ਵਿਲਿੰਗਲੀ ਸਰੈਂਡਰ ਕਰ ਰਿਹਾ। The ones who believe they are too smart to deceive the hukam finally lose this game। ਜਿਹੜੇ ਸਿਰਫ ਤੇ ਸਿਰਫ ਮੇਰੇ ਵਰਗੇ ਬਾਣਾ ਪਾ ਕੇ ਜਾਂ ਕਿਰਪਾਨ ਪਾ ਕੇ ਸਿਰਫ ਇਹੀ ਕੋਸ਼ਿਸ਼ ਕਰ ਰਹੇ ਸੀ ਕਿ ਮੈਂ ਹੁਕਮ ਨੂੰ ਠੱਗ ਲਾਂਗਾ, ਸ਼ਾਇਦ ਉਹ ਐਟ ਦੀ ਐਂਡ ਇਸ ਖੇਡ ਨੂੰ ਹਾਰ ਕੇ ਹੀ ਜਾਂਦੇ ਨੇ। ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ ਤੇ ਉਹਨਾਂ ਨੂੰ ਪਹਿਲਾਂ ਦੱਸੀ ਹੋਈ ਪੰਕਤੀ ਦੇ ਮੁਤਾਬਕ ਵਾਪਸ ਦੋਜਕ ਵਿੱਚ ਆਣਾ ਪੈਂਦਾ ਹੈ। ਲਾਈਫ ਇਜ਼ ਲਾਈਕ ਅ ਮੈਰਾਥਨ। It's okay to be slow as far as the direction is right. Direction is informed by Jyot within us. And it's all about accepting the hukam in every condition of my life. I may win a small race by doping, but in the end, I will get caught and deprived of all the winnings। ਇਹ ਬੜਾ ਇੰਪੋਰਟੈਂਟ ਮੈਸੇਜ ਸੀਗਾ। ਥੋੜਾ ਜਿਹਾ ਮੈਂ ਦੁਬਾਰਾ ਇਹਨੂੰ ਪੰਜਾਬੀ ਵਿੱਚ ਰਿਪੀਟ ਕਰ ਦਿੰਦਾ ਕਿ ਇੱਕ ਛੋਟੀ ਰੇਸ ਤੇ ਦੌੜਨ ਲਈ ਹੋ ਸਕਦਾ ਮੈਂ ਕੋਈ ਡਰੱਗ ਯੂਜ਼ ਕਰਕੇ ਸ਼ਾਇਦ ਉਹ ਖੇਡ ਜਿੱਤ ਜਾਵਾਂ, ਪਰ ਜਦੋਂ ਮੈਂ ਅਸਲੀ ਰੇਸ ਖੇਡਣੀ ਹੈ ਉਹਦੇ ਵਿੱਚ ਮੈਂ ਉਹ ਪਕੜਿਆ ਜਾਣਾ ਹੈ ਕਿ ਸ਼ਾਇਦ ਜਿਹੜੀ ਮੈਂ ਉਹ ਪਹਿਲਾਂ ਕੋਸ਼ਿਸ਼ ਕੀਤੀ ਸੀ ਠੱਗਣ ਦੀ, ਉਹਦੇ ਵਿੱਚ ਮੈਂ ਹੁਣ ਕਾਮਯਾਬ ਨਹੀਂ ਹੋਵਾਂਗਾ। ਤਾਂ ਮੈਂ ਅਸਲੀ ਜਦੋਂ ਵੱਡੀਆਂ ਰੇਸਾਂ ਦੌੜਨੀਆਂ, ਸੱਚ ਵਾਲੇ ਪਾਸੇ ਚੱਲਣਾ, ਤਾਂ ਉਹਦੇ ਵਿੱਚ ਹੁਣ ਮੈਨੂੰ ਹਾਰ ਦਾ ਸਾਹਮਣਾ ਕਰਨਾ ਹੀ ਪੈਣਾ ਹੈ, ਕਿਉਂਕਿ ਮੈਨੂੰ ਫਿਰ ਉਹਨਾਂ ਨੇ ਉਸ ਵਿੱਚੋਂ ਜਿਹੜਾ ਉਹ ਇਨਵੈਲਿਡ ਕੈਂਡੀਡੇਟ ਡਿਕਲੇਅਰ ਕਰ ਦੇਣਾ। I may act smart and have an illusion that I am winning the game of life by having bigger materialistic possessions, but from the lens of truth, I am losing the game। ਇਹ ਅਸੀਂ ਅਕਸਰ ਦੇਖਦੇ ਹਾਂ ਕਿ ਮਾਇਆ ਦੇ ਵਿੱਚ ਜਿਹੜੇ ਕੋਲ ਜ਼ਿਆਦਾ ਪਸਾਰ ਹੁੰਦਾ ਹੈ, ਉਹਨਾਂ ਜ਼ਿਆਦਾ ਬੋਲ ਦਿੱਤਾ ਜਾਂਦਾ ਹੈ ਕਿ ਵੀ ਇਹਨਾਂ ਤੇ ਬਹੁਤ ਕਿਰਪਾ ਹੈਗੀ ਹੈ। ਇਹ ਸਾਡੀ ਆਪਣੀ ਵੀ ਫੀਲਿੰਗ ਸ਼ੁਰੂ ਹੋ ਜਾਂਦੀ ਹੈ ਕਿ ਮੇਰੇ ਕੋਲ ਮਾਇਆ ਦਾ ਪਸਾਰ ਬਹੁਤ ਵੱਡਾ ਹੈ, ਮੇਰੇ ਤੇ ਬੜੀ ਬਖਸ਼ਿਸ਼ ਹੈ। ਪਰ ਗੁਰਬਾਣੀ ਕਹਿ ਰਹੀ ਹੈ ਮਾਇਆ ਦਾ ਪਸਾਰ ਵੱਡਾ ਹੋਣਾ ਇਹ ਬਾਜੀ ਜਿੱਤਣ ਨਹੀਂ ਹੈ, ਇਹ ਬਾਜੀ ਨੂੰ ਹਾਰਨਾ ਹੈ, ਕਿਉਂਕਿ ਮੈਂ ਆਪਣੇ ਸੱਚ ਦੇ ਪਸਾਰ ਨੂੰ ਖੁੰਝਦਾ ਜਾ ਰਿਹਾ, ਗਵਾਉਂਦਾ ਜਾ ਰਿਹਾ। Finish line of this game doesn't care how much physical things I possess. It's all about how much closer I got to the truth। ਜੋ ਕਿ ਆਪਾਂ ਸ਼ੁਰੂਆਤ ਕੀਤੀ ਸੀ ਇਸ ਪੌੜੀ ਦੀ ਕਿ ਅਸੀਂ ਸੱਚ ਤੱਕ ਪਹੁੰਚਣ ਆਏ ਹਾਂ, ਸੱਚ ਨੂੰ ਕਮਾਣ ਆਏ ਹਾਂ, ਸੱਚ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲੈਣ ਆਏ ਹਾਂ ਜੋ ਸਾਡੇ ਕੋਲੋਂ ਗਵਾਏ ਗਏ ਸੀ। ਜਿੰਨੇ ਜ਼ਿਆਦਾ ਅਸੀਂ ਗੁਣਾਂ ਨੂੰ ਧਾਰਨ ਕਰਨ ਵਿੱਚ ਸਮਰੱਥ ਹੋ ਜਾਵਾਂਗੇ, ਉਨਾ ਜ਼ਿਆਦਾ ਸਾਡਾ ਇਹ ਜਿਹੜਾ ਬਾਜ਼ੀ ਜਿੱਤਣ ਦਾ ਜਿਹੜਾ ਸਫ਼ਰ ਹੈ ਉਹ ਤੈਅ ਹੋ ਜਾਏਗਾ। ਇਹ ਸਾਡੇ ਆਪਣੇ ਹੱਥ ਵਿੱਚ ਰਹੇਗਾ ਕਿ ਅਸੀਂ ਮਟੀਰੀਅਲਿਸਟਿਕ ਪੋਜੈਸ਼ਨਸ ਨੂੰ ਆਪਣੇ ਭੇਖ ਦੇ ਵਿੱਚ ਰੱਖ ਕੇ ਅਸੀਂ ਸੱਚ ਮੰਨ ਰਹੇ ਹਾਂ ਜਾਂ ਕਿਰਪਾ ਮੰਨ ਰਹੇ ਹਾਂ ਕਿ ਅਸੀਂ ਸੱਚ ਦੇ ਕਮਾਏ ਹੋਏ ਗੁਣਾਂ ਨੂੰ ਕਿਰਪਾ ਮੰਨਦੇ ਹਾਂ। ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਢਾਲੇ ਪਾਸਿਆ। ਕਿ ਸਾਡੇ ਹੱਥ ਵਿੱਚ ਹੈ ਕਿ ਅਸੀਂ ਇਹ ਹੁਕਮ ਨੂੰ ਬੁੱਝ ਕੇ ਖੇਡਣੀ ਹੈ, ਆਪਣੇ ਮਨ ਨੂੰ ਜਿੱਤਣ ਵਾਲਾ ਪਾਸਾ ਢਾਲਣਾ ਹੈ ਕਿ ਅਸੀਂ ਮਾਇਆ ਦੇ ਵਿੱਚ ਰਹਿਣਾ। ਇਹ ਸਾਡੇ ਆਪਣੇ ਹੱਥ ਵਿੱਚ ਚੋਇਸ ਹਮੇਸ਼ਾ ਸਾਡੇ ਕੋਲ ਰਹੇਗੀ। ਗੁਰਬਾਣੀ ਹਮੇਸ਼ਾ ਸਾਨੂੰ ਸਿਰਫ ਪ੍ਰੇਰਨਾ ਦੇ ਸਕਦੀ ਹੈ, ਗਾਈਡ ਕਰ ਸਕਦੀ ਹੈ ਤਾਂ ਕਿ ਅਸੀਂ ਚੱਲਦੇ ਰਹੀਏ। ਚੱਲਣਾ ਜਾਂ ਨਹੀਂ ਚੱਲਣਾ ਇਹ ਸਾਡੇ ਹੱਥ ਵਿੱਚ ਰਹੇਗਾ। ਜੇ ਅਸੀਂ ਨਹੀਂ ਚੱਲਾਂਗੇ ਤਾਂ ਅਲਟੀਮੇਟਲੀ ਅਸੀਂ ਇਸ ਜੀਵਨ ਦੀ ਖੇਡ ਨੂੰ ਹਾਰ ਜਾਵਾਂਗੇ ਤੇ ਜੇ ਅਸੀਂ ਇਸ ਨੂੰ ਸਫ਼ਰ ਨੂੰ ਚੱਲਦੇ ਹਾਂ, ਮੰਨਦੇ ਹਾਂ ਤਾਂ ਇਹ ਖੇਡ ਅਸੀਂ ਜੋ ਜਿੱਤਣ ਆਏ ਸੀ ਉਹਨੂੰ ਜਿੱਤ ਕੇ ਸਫ਼ਰ ਤੈਅ ਕਰਕੇ ਆਪਣੇ ਸੱਚ ਦੇ ਵਿੱਚ ਸਮਾ ਜਾਵਾਂਗੇ। ਲਿਖ ਨਾਵੈ ਧਰਮ ਬਹਾਲਿਆ। ਸੋ ਇਹ ਜਿਹੜੀ ਪੌੜੀ ਹੈਗੀ ਹੈ ਸਿਰਫ ਸੱਚ ਔਰ ਸੱਚ ਦੀ ਜਿਹੜੀ ਗ੍ਰੇਟਨੈਸ ਨੂੰ ਐਕਸਪਲੇਨ ਕਰ ਰਹੀ ਹੈ। ਗੁਰਬਾਣੀ ਬਾਰ-ਬਾਰ ਇਹ ਸਮਝਾ ਰਹੀ ਹੈ ਕਿ ਵੀ ਇਹ ਜਿਹੜਾ ਗਾਈਡੈਂਸ ਹੈ, ਇਹ ਜਿਹੜਾ ਫਰੇਮਵਰਕ ਹੈ, ਇਹ ਸਾਡੇ ਕੋਲ ਹੈ। ਇਹ ਸਾਡੇ ਸਫ਼ਰ ਦੇ ਵਿੱਚ ਹਮੇਸ਼ਾ ਸਾਨੂੰ ਯਾਦ ਕਰਾ ਰਿਹਾ ਹੈ, ਪ੍ਰੇਰਨਾ ਦੇ ਰਿਹਾ ਹੈ, ਸਮਝਾ ਰਿਹਾ ਹੈ। ਪਰ ਸਾਡਾ ਆਪਣਾ ਜੀਵਨ ਜਿਹੜਾ ਹੈ ਉਹ ਇਹਦੇ ਨਾਲ ਨਾ ਅਲਾਈਨ ਹੋਣ ਕਰਕੇ, ਇਸ ਗਾਈਡੈਂਸ ਨਾਲ ਨਾ ਜੁੜਨ ਕਰਕੇ ਮਾਇਆ ਦੇ ਵਿੱਚ ਖਚਤ ਹੁੰਦਾ ਹੋਇਆ
ਇਹ ਸਾਰੀ ਗਾਈਡੈਂਸ ਨੂੰ ਭੁਲਾ ਰਹਿੰਦਾ ਹੈ ਔਰ ਆਪਣੇ ਜੀਵਨ ਦੇ ਸਫ਼ਰ ਨੂੰ ਨਹੀਂ ਅੱਗੇ ਤੋਰ ਪਾਉਂਦਾ। ਤਾਂ ਇਸ ਪੌੜੀ ਦੇ ਵਿੱਚ ਆਪਾਂ ਥੋੜ੍ਹੇ ਜਿਹੇ ਟੇਕਅਵੇਜ਼ ਜਿਹੜੇ ਨੇ ਉਹ ਜ਼ਰੂਰ ਲਏ ਨੇ। ਮੈਂ ਇੱਕ ਵਾਰੀ-ਵਾਰੀ ਪੜ੍ਹ ਦਿੰਦਾ ਜੀ ਸਾਰੇ ਤੇ ਆਪਾਂ ਉਹਨਾਂ ਨੂੰ ਜਿਹੜਾ ਇੱਕ ਵਾਰੀ ਨਾਲ-ਨਾਲ ਜਿਹੜਾ ਵੀ ਸੁਣਨ ਵਾਲੇ ਨੇ, ਉਹ ਜਦੋਂ ਤੁਸੀਂ ਸੁਣੋਗੇ ਤਾਂ ਇਹਨੂੰ ਆਪਣੇ ਜੀਵਨ ਵਿੱਚ ਲੈ ਕੇ ਦੇਖੋ ਕਿ ਵੀ ਕੀ ਅਸੀਂ ਇਹਨਾਂ ਨੂੰ ਅਪਣਾ ਸਕਦੇ ਹਾਂ, ਇਹਨਾਂ ਮੈਸੇਜਿਸ ਨੂੰ ਜੋ ਸਾਨੂੰ ਇਸ ਸੈਕੰਡ ਪੌੜੀ ਦੇ ਵਿੱਚੋਂ ਮਿਲ ਰਹੇ ਨੇ। ਸੈਕੰਡ ਪੌੜੀ ਹੈਲਪਸ ਮੀ ਅੰਡਰਸਟੈਂਡ ਦ ਪ੍ਰੋਜੈਕਸ਼ਨ ਆਫ ਪਰਮੇਸ਼ਰ ਐਂਡ ਗ੍ਰੇਟਨੈਸ ਆਫ ਦਿਸ ਟਰੁਥ। Helps me understand the vastness, limitlessness, constitution, power, and other key elements of truth। ਮੈਨੂੰ ਉਹਨਾਂ ਨੇ ਹਮੇਸ਼ਾ ਐਕਸਪਲੋਰ ਕਰਕੇ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਵੀ ਇਹ ਸਾਰੀ ਜਿਹੜਾ ਕਾਨੂੰਨ ਹੈ ਇਹ ਬਹੁਤ ਵਾਸਟ ਹੈ ਔਰ ਇਹਦੀ ਜਿਹੜੀ ਤਾਕਤ ਹੈ ਉਹ ਬਹੁਤ ਵੱਡੀ ਹੈ। ਸੱਚ ਦਾ ਪਸਾਰ ਜਿਹੜਾ ਹੈ ਉਹ ਮੈਨੂੰ ਸਮਝਣਾ ਪਏਗਾ ਸੱਚ ਵਿੱਚ ਸਮਾਉਣ ਲਈ। ਤੇ ਇਹ ਪੌੜੀ ਜੋ ਜ਼ਿਆਦਾ ਸਟ੍ਰੈਸ ਪਾ ਕੇ ਮੈਨੂੰ ਇਹ ਸਾਰੀ ਗੱਲ ਸਮਝਾ ਰਹੀ ਹੈ ਕਿ ਹੁਣ ਅਸੀਂ ਜਦੋਂ ਨੈਕਸਟ ਟਾਈਮ ਇਹ ਪੌੜੀ ਪੜਾਂਗੇ, ਇਹ ਸ਼ਲੋਕ ਨਾਲ ਪੜਾਂਗੇ ਤਾਂ ਅਸੀਂ ਥੋੜ੍ਹਾ ਜਿਹਾ ਕੋਸ਼ਿਸ਼ ਕਰੀਏ ਕਿ ਸਾਡਾ ਧਿਆਨ ਇਹਨਾਂ ਗੁਣਾਂ ਵੱਲ ਜਾਵੇ ਕਿ ਇਹ ਗੁਣ ਮੈਨੂੰ ਕਿਵੇਂ ਪ੍ਰੇਰਨਾ ਦਿੰਦੇ ਨੇ। It then dwells into the greatness of this truth, how the greatness of truth manifests through various dimensions and impacts the progression of our life। ਮੈਨੂੰ ਆਪਣੇ ਜੀਵਨ 'ਚ ਅੱਗੇ ਵਧਣ ਲਈ ਕਿਵੇਂ ਸਹਾਇਤਾ ਮਿਲ ਰਹੀ ਹੈ, ਮੈਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਵੱਲ ਧਿਆਨ ਲਗਾਉਣਾ ਹੈ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਛੱਡਣੀਆਂ ਹੈ, ਇਹ ਸਾਰਾ ਗਿਆਨ ਮੈਨੂੰ ਇਸ ਪੌੜੀ ਵਿੱਚੋਂ ਮਿਲ ਰਿਹਾ ਹੈ। It then progresses to make me realize that how I am part of this truth, but it's my own illusion that makes me ignorant of this truth within me। ਇਹ ਵੀ ਹੁਣ ਸਾਡੇ ਆਪਣੇ ਹੱਥ ਵਿੱਚ ਹੈ ਕਿ ਜਿਵੇਂ ਕਿ ਅਸੀਂ ਗੱਲ ਕੀਤਾ ਹੈ, ਜਿੰਨਾ ਜ਼ਿਆਦਾ ਮੈਂ ਇਗਨੋਰੈਂਟ ਰਵਾਂਗਾ, ਜਿੰਨਾ ਜ਼ਿਆਦਾ ਮੈਂ ਇਹਦੇ ਵੱਲ ਨਹੀਂ ਜੁੜਾਂਗਾ, ਮੈਂ ਇਸ ਮਾਇਆ ਦੀ ਇਲੂਜ਼ਨ ਨੂੰ ਸੱਚ ਮੰਨਦਾ ਰਵਾਂਗਾ। ਪਰ ਮੈਨੂੰ ਜਿਹੜਾ ਇਸ ਪੌੜੀ ਦੇ ਦੱਸੇ ਹੋਏ ਰਸਤੇ ਤੇ ਲਾਸਟਲੀ ਪੌੜੀ ਡਰਾਈਵਸ the parallels between the ones who live their life to come into alignment of this truth and vice versa। ਦੋਨਾਂ ਦੀ ਐਗਜ਼ਾਮਪਲ ਦੇ ਕੇ ਬੜੀ ਚੰਗੀ ਤਰ੍ਹਾਂ ਮੈਨੂੰ ਸਮਝਾ ਦਿੱਤਾ ਕਿ ਕੌਣ ਜੇ ਸੱਚ ਦੇ ਵਿੱਚ ਸਮਾਣਾ ਹੈ ਤਾਂ ਕੀ ਕਰਨਾ ਹੈ, ਜੇ ਮਾਇਆ ਦੇ ਵਿੱਚ ਨਿਵਾਸ ਰੱਖਣਾ ਹੈ ਤਾਂ ਉਹਨਾਂ ਦਾ ਜੀਵਨ ਕਿਵੇਂ ਦਾ ਹੁੰਦਾ ਹੈ। ਸੋ ਸਮਰੀ ਇਹੀ ਹੈ ਕਿ ਪੌੜੀ ਇਜ਼ ਮੋਟੀਵੇਟਿੰਗ ਮੀ ਟੂ ਅੰਡਰਸਟੈਂਡ ਦ ਟਰੁਥ, ਅਲਾਈਨ ਮਾਈ ਲਾਈਫਸਟਾਈਲ ਟੂ ਇਟ। ਸੱਚ ਕੀ ਹੈ, ਸੱਚ ਦੇ ਦੁਆਰਾ ਦੱਸਿਆ ਹੋਇਆ ਮਾਰਗ ਕੀ ਹੈ, ਇਹਨੂੰ ਸਮਝਣਾ ਔਰ ਆਪਣੇ ਜੀਵਨ ਨੂੰ ਉਹਦੇ ਨਾਲ ਅਲਾਈਨ ਕਰਨਾ, ਉਹਦੇ ਵਿੱਚ ਸਮਾ ਜਾਣਾ ਹੀ ਇਸ ਪੌੜੀ ਦਾ ਜੋ ਹੈ ਉਹ ਮੈਸੇਜ ਹੈ। ਸੱਚ ਕੀ ਹੈ ਉਹ ਆਪਾਂ ਬੜੀ ਚੰਗੀ ਤਰ੍ਹਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ, ਤੇ ਇੱਥੇ ਵੀ ਅਸੀਂ ਨਾਲ ਹੀ ਪੰਕਤੀ ਲਿਖ ਕੇ ਉਹਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੁਬਾਰਾ ਰਿਮਾਈਂਡਰ ਮਿਲ ਜਾਵੇ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹਨਾਂ ਸ਼ਬਦਾਂ ਦੇ ਨਾਲ ਆਪਾਂ ਇਸ ਪੌੜੀ ਦੀ ਵਿਚਾਰ ਨੂੰ ਇੱਥੇ ਆਪਾਂ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।